1 ਜੂਨ ਦੀ ਗੋਲਾਬਾਰੀ ਅਤੇ 2 ਜੂਨ ਨੂੰ ਪੰਜਾਬ ਦੇ ਫੌਜੀ ਹਵਾਲੇ ਹੋਣ ਅਤੇ ਖਤਰਨਾਕ ਕਰਫਿਊ ਦੇ ਹਾਲਾਤਾਂ ਵਿੱਚ ਵੀ ਸੰਗਤਾਂ ਦਾ ਦਰਬਾਰ ਸਾਹਿਬ ਵਿੱਚ ਸ਼ਹੀਦੀ ਪੁਰਬ ਮਨਾਉਣਾ ਕਿਸੇ ਦੁਨਿਆਵੀ ਕਲਮ ਜਾਂ ਸੋਚ ਤੋਂ ਬਹੁਤ ਉੱਤੇ ਦੀ ਬਾਤ ਹੈ। ਸੰਗਤਾਂ ਦੇ ਗੁਰੂ ਪਿਆਰ ਦਾ ਰੂਹਾਨੀ ਅਥਾਹ ਸਾਗਰ ਮਾਪਿਆ ਨਹੀਂ ਜਾ ਸਕਦਾ, ਪਰ ਇਸ ਦਿਨ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਚੁਣਨਾ ਸਰਕਾਰ ਦੀ ਅਤ ਘਿਨਾਉਣੀ ਜ਼ਾਲਮ ਨੀਤੀ ਦੀ ਗਵਾਹੀ ਭਰਦਾ ਹੈ। ਇਸ ਦਿਨ ਜਥੇਦਾਰ ਟੌਹੜਾ ਅਤੇ ਸੰਤ ਲੌਂਗੋਵਾਲ ਵੱਲੋਂ 1 ਜੂਨ ਦੀ ਗੋਲੀਬਾਰੀ ਦੇ ਨਿਸ਼ਾਨਾਂ ਦੀ ਲਾਲ ਰੰਗ ਨਾਲ ਨਿਸ਼ਾਨਦੇਹੀ ਕਰਵਾਈ ਗਈ ਅਤੇ ਵੱਡੀ ਤਾਦਾਦ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਨੂੰ ਵਿਖਾਈ ਗਈ। ਮੀਡੀਆ ਰਾਹੀਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਇਸ ਘਟਨਾ ਤੋਂ ਇੰਜ ਜਾਪਦਾ ਹੈ ਕਿ ਅਕਾਲੀ ਆਗੂ ਇੰਜ ਕਰਕੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਅਕਾਲੀ ਆਗੂ ਦੇ ਲੈਟਰ ਪੈਡਾਂ ਤੇ ਇੰਦਰ ਨੂੰ ਚਿੱਠੀਆਂ ਲਿਖ ਕੇ ਹਮਲੇ ਲਈ ਆਪ ਫੌਜੀ ਸੱਦ ਕੇ ਹੁਣ ਫੋਕੇ ਫੈਂਟਰ ਮਾਰਨਾ ਬਹੁਤ ਅਰਥਹੀਨ ਲੱਗ ਰਿਹਾ ਸੀ। ਇਸ ਤੱਥ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਪੰਥ ਦੇ ਨਾਮ ਤੇ ਵੋਟਾਂ ਦੀ ਰਾਜਨੀਤੀ ਕਰਦੇ ਅਕਾਲੀ ਆਗੂਆਂ ਦੀ ਕੌਮੀ ਹੋਂਦ, ਪੰਥਕ ਭਵਿੱਖ, ਪੰਜਾਬ ਦੀਆਂ ਮੰਗਾਂ ਨਾਲ ਰੱਤੀ ਭਰ ਵੀ ਕੋਈ ਸਰੋਕਾਰ ਨਹੀਂ ਸੀ। ਉਹ ਤਾਂ ਬਸ ਸਮੁੱਚੀ ਕੌਮ ਵਿੱਚ ਬੁਲੰਦੀਆਂ ਤੇ ਪਹੁੰਚੀ ਸੰਤ ਜਰਨੈਲ ਸਿੰਘ ਦੀ ਚੜ੍ਹਤ ਤੋਂ ਬਹੁਤ ਪਰੇਸ਼ਾਨ ਸਨ। ਉਹਨਾਂ ਨੂੰ ਆਪਣੀਆਂ ਕੁਰਸੀਆਂ ਗਵਾਚਣ ਦਾ ਡਰ ਪਿਆ ਸੀ। ਇਸ ਲਈ ਅਕਾਲੀ ਆਗੂ ਅੰਦਰ ਖਾਤੇ ਸਰਕਾਰ ਨੂੰ ਅਰਜ਼ੋਈਆਂ ਕਰਦੇ ਸੀ ਕਿ ਆਹ ਸਾਧ ਨੂੰ ਸਾਡੇ ਕੋਲੋਂ ਲਾਹੋ। ਅਕਾਲ ਤਖਤ ਸਾਹਿਬ ਦੀ ਉੱਪਰਲੀ ਮੰਜ਼ਿਲ ਤੇ 3 ਜੂਨ ਨੂੰ ਬਾਬਾ ਜਰਨੈਲ ਸਿੰਘ ਪਲ ਪਲ ਤੇਜ਼ੀ ਨਾਲ ਜੰਗ ਵੱਲ ਵੱਧ ਰਹੇ ਹਾਲਾਤਾਂ ਦਾ ਬਹੁਤ ਹੀ ਗੰਭੀਰਤਾ ਨਾਲ ਚਿੰਤਨ ਕਰ ਰਹੇ ਸਨ। ਦਰਬਾਰ ਸਾਹਿਬ ਸਮੂਹ ਵਿੱਚ ਆਇਆ ਮੀਡੀਆ ਵੀ ਸੰਤ ਜੀ ਨੂੰ ਮਿਲਿਆ, ਜਿਸ ਦੇ ਹਰ ਸਵਾਲ ਦਾ ਵਿਸਥਾਰ ਇੰਟਰਨੈਟ ਸਾਧਨਾਂ ਵਿੱਚ ਮੌਜੂਦ ਹੈ। ਸੰਤ ਜੀ ਵੱਲੋਂ ਕੀਤੀ ਆਖਰੀ ਪ੍ਰੈਸ ਵਾਰਤਾ ਦਾ ਸਾਰ ਅੰਸ਼ ਇਹ ਸੀ ਕਿ ਜੇ ਭਾਰਤ ਸਰਕਾਰ ਪੰਜਾਬ ਦੀਆਂ ਮੰਗਾਂ ਮੰਨਣ ਦਾ ਰਾਹ ਛੱਡ ਕੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸਿੱਖ ਕੌਮ ਨੂੰ ਝੁਕਾਉਣਾ ਚਾਹੁੰਦੀ ਹੈ ਤਾਂ ਇਹ ਰਾਹ ਸਿੱਧਾ ਖਾਲਿਸਤਾਨ ਤੱਕ ਜਾਵੇਗਾ, ਕਿਉਂਕਿ ਰਾਹ 2 ਹੀ ਹਨ, ਇੱਕ ਹੱਕੀ ਮੰਗਾਂ ਮੰਨ ਲਵੋ ਤੇ ਦੂਜਾ ਸਾਨੂੰ ਵੱਖ ਕਰ ਦਵੋ। ਜੇ ਸਰਕਾਰ ਪਹਿਲਾ ਰਾਹ ਨਹੀਂ ਚਾਹੁੰਦੀ ਤਾਂ ਅਕਾਲ ਤਖਤ ਤੇ ਡਿੱਗਾ ਪਹਿਲਾ ਬੰਬ ਖਾਲਿਸਤਾਨ ਦੀ ਨੀਂਹ ਰੱਖ ਦੇਵੇਗਾ। ਸੰਤ ਜੀ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ, ਨਾ ਕਿ ਗੁਲਾਮਾਂ ਵਾਂਗ। ਇਸ ਮੌਕੇ ਸੰਤ ਜੀ ਨੇ ਸਿੱਖ ਕੌਮ ਦੇ ਨਾਮ ਆਪਣਾ ਆਖਰੀ ਸੰਦੇਸ਼ ਵੀ ਦਿੱਤਾ। ਸ਼ਾਮ ਤੱਕ ਭਾਰਤ ਸਰਕਾਰ ਹਮਲੇ ਦੀਆਂ ਤਿਆਰੀਆਂ ਮੁਕੰਮਲ ਕਰ ਚੁੱਕੀ ਸੀ। ਪੰਜਾਬ ਨੂੰ ਪੂਰੀ ਤਰ੍ਹਾਂ ਭਾਰਤ ਤੋਂ ਕੱਟ ਦਿੱਤਾ ਗਿਆ। ਲੈਫਟੀਨੈਂਟ ਜਨਰਲ ਰਣਜੀਤ ਦਿਆਲ ਨੂੰ ਪੰਜਾਬ ਦੇ ਗਵਰਨਰ ਦਾ ਰੱਖਿਆ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ। ਪੰਜਾਬ ਵਿੱਚ ਮੁਕੰਮਲ ਕਰਫਿਊ ਲਾ ਦਿੱਤਾ। ਇੱਥੋਂ ਤੱਕ ਕਿ ਬੈਲ ਗੱਡੀਆਂ ਅਤੇ ਸਾਈਕਲ ਚਲਾਉਣ ਤੇ ਵੀ ਪਾਬੰਦੀ ਲਾ ਦਿੱਤੀ ਗਈ। ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਹੋਇਆ। ਸਾਰੀ ਪ੍ਰੈਸ ਤੇ ਸੈਂਸਰ ਲਾ ਦਿੱਤਾ। ਅੰਮ੍ਰਿਤਸਰ ਸਾਹਿਬ ਪੂਰਨ ਤੌਰ ਤੇ ਫੌਜੀ ਛਾਉਣੀ ਵਿੱਚ ਬਦਲ ਦਿੱਤਾ ਗਿਆ। ਟੈਲੀਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਪੰਜਾਬ ਉੱਪਰੋਂ ਲੰਘਣ ਵਾਲੇ ਹਵਾਈ ਜਹਾਜ਼ਾਂ ਤੇ ਵੀ ਪਾਬੰਦੀ ਲਾ ਦਿੱਤੀ ਗਈ। ਦਰਬਾਰ ਸਾਹਿਬ ਕੰਪਲੈਕਸ ਦਾ ਬਿਜਲੀ ਅਤੇ ਪਾਣੀ ਕੱਟ ਦਿੱਤਾ ਗਿਆ। ਇਹ ਸਮਾਂ ਫੈਸਲਾਕੁਨ ਜੰਗ ਦੇ ਐਲਾਨ ਦਾ ਆਖਰੀ ਪਲ ਸੀ। ਸੰਤ ਜੀ ਨੇ ਵਾਕੀ ਟਾਕੀ ਆਪਣੇ ਹੱਥ ਵਿੱਚ ਲਿਆ ਤੇ ਸਭ ਮੋਰਚਿਆਂ ਵਿੱਚ ਵੈਰੀਆਂ ਦੇ ਪਹਿਲ ਕਰਨ ਦੀ ਉਡੀਕ ਕਰ ਰਹੇ ਜੰਗਜੂਆਂ ਦਾ ਹਾਲ ਜਾਣਨ ਮਗਰੋਂ ਜੰਗੀ ਨੁਕਤਿਆਂ ਤੋਂ ਤਾਕੀਦ ਕੀਤੀ ਕਿ ਜਦ ਤੱਕ ਕੋਈ ਫੌਜੀ ਪਰਿਕਰਮਾ ਵਿੱਚ ਪੈਰ ਨਹੀਂ ਧਰਦਾ, ਗੋਲੀ ਨਹੀਂ ਚਲਾਉਣੀ। ਹਰ ਇੱਕ ਗੋਲੀ ਟਿਕਾਣੇ ਲਾਉਣੀ ਹੈ, ਇੱਕ ਵੀ ਗੋਲੀ ਵਿਅਰਥ ਨਹੀਂ ਗਵਾਉਣੀ। ਗੁਰਬਾਣੀ ਦੇ ਓਟ ਆਸਰੇ ਵਿੱਚ ਆਪਣੇ ਫੈਸਲੇ ਆਪ ਲਿਓ। ਬਸ ਇੱਕ ਗੱਲ ਦਾ ਖਿਆਲ ਰੱਖਣਾ, ਤੁਹਾਡੇ ਜਿਉਂਦੇ ਜੀ ਇੱਕ ਵੀ ਜਿਉਂਦਾ ਫੌਜੀ ਪਵਿੱਤਰ ਪਰਿਕਰਮਾ ਵਿੱਚ ਪੈਰ ਨਹੀਂ ਰੱਖਣਾ ਚਾਹੀਦਾ। ਇਹਨਾਂ ਵੈਰੀਆਂ ਨੂੰ ਐਸੀ ਧੂੜ ਚਟਾਇਓ
ਕਿ ਰਹਿੰਦੀ ਦੁਨੀਆ ਤੱਕ ਇਸ ਆਸਾਮੀ ਜੰਗ ਦੇ ਚਰਚੇ ਹੁੰਦੇ ਰਹਿਣ। ਚਮਕੌਰ ਦੀ ਕੱਚੀ ਗੜੀ ਯਾਦ ਰੱਖ ਕੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੇ ਵਾਰਿਸ ਬਣ ਕੇ ਮੁਕਾਬਲਾ ਕਰਿਓ। ਖਾਲਿਸਤਾਨ ਦੀ ਨੀਂਹ ਰੱਖਦੀ ਘੜੀ ਆਣ ਪਹੁੰਚੀ ਜਦ 4 ਜੂਨ ਦੇ ਤੜਕੇ 4:40 ਤੇ ਤੋਪ ਦਾ ਪਹਿਲਾ ਗੋਲਾ ਮੀਰੀ ਪੀਰੀ ਦੇ ਮੁਕਾਮ ਅਕਾਲ ਤਖਤ ਸਾਹਿਬ ਦੇ ਸੁਨਹਿਰੇ ਗੁੰਬਦ ਤੇ ਆਣ ਡਿੱਗਾ। ਇੱਕੋ ਝਟਕੇ ਵਿੱਚ ਜ਼ਮੀਨ ਆਸਮਾਨ ਕੰਬ ਗਿਆ। ਹੁਣ ਗੱਲ ਕਰਦੇ ਹਾਂ ਕਿ ਸਿੱਖ ਫਿਰ ਕਿਵੇਂ ਲੜੇ ਸੀ। ਦਿੱਲੀ ਦੇ ਹਾਕਮ ਪਤਾ ਨਹੀਂ ਕਿਵੇਂ ਭੁੱਲ ਗਏ ਕਿ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਕੌਮ ਲਈ ਜੰਗ ਦਾ ਵਰਤਾਰਾ ਤਾਂ ਧਰਮ ਯੁੱਧ ਦਾ ਰੂਪ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੀ ਕਾ खेत जो मांडे सूरमा आप जो जन को दाओ सूरा सो पहचानिए जो लरे दीन के हेत पुरजा पुरजा कट मरे कब होना छाड़े खेत। गुरबाणी का ये गुरबाग तां सिख कौम के खून विच DNA वांग है। जिहड़ी कौम मुगलों अफगानों अंग्रेज हुकूमतां नूं लोहे दे चने चुबा चुकी सी, ਉਹ ਟੈਂਕਾਂ ਤੋਪਾਂ ਤੇ ਗੋਲਿਆਂ ਤੋਂ ਡਰਨ ਵਾਲੀ ਕਿੱਥੇ ਸੀ। ਹੁਣ ਤੱਕ ਸਿੱਖਾਂ ਦੀ ਟੱਕਰ ਬੇਗਾਨੀ ਵਿਦੇਸ਼ੀ ਧਾੜਵੀਆਂ ਨਾਲ ਹੋਈ ਸੀ। ਇਸ ਵਾਰ ਤਾਂ ਆਖਰ ਨੂੰ 9 ਮਾਸ ਦੇ ਰਿਸ਼ਤਿਆਂ ਨਾਲ ਟੱਕਰ ਸੀ ਜਿਨ੍ਹਾਂ ਦੀ ਔਕਾਤ ਸਿੱਖ ਕੌਮ ਭਲੀ ਭਾਂਤੀ ਜਾਣਦੀ ਸੀ। ਪਰ ਹਿੰਦ ਹਕੂਮਤ ਦਿੱਲੀ ਤਖਤ ਦੀ ਕੁਰਸੀ ਦੇ ਨਸ਼ੇ ਵਿੱਚ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਰਵਾਇਤਾਂ ਭੁੱਲ ਕੇ 4 ਜੂਨ ਸਵੇਰੇ 4:40 ਤੇ ਤੋਪ ਦਾ ਗੋਲਾ ਅਕਾਲ ਤਖਤ ਦੇ ਸੁਨਹਿਰੀ ਗੁੰਬਦ ਤੇ ਸੁੱਟ ਕੇ ਜੰਗ ਦਾ ਆਗਾਜ਼ ਕਰਦੀ ਹੈ। ਭਾਰਤੀ ਫੌਜ ਦੀ ਅਗਵਾਈ ਮੇਜਰ ਜਨਰਲ ਕੁਲਦੀਪ ਬਰਾੜ ਕਰ ਰਿਹਾ ਸੀ। ਇਧਰ ਕੌਮੀ ਜੰਗਜੂਆਂ ਦੀ ਖਾਲਸਾਈ ਜੁਝਾਰੀ ਫੌਜ ਜਿਸ ਦੀ ਗਿਣਤੀ ਕੇਵਲ 200 ਤੋਂ 250 ਸੀ, ਇਸ ਦੀ ਅਗਵਾਈ ਬਾਬਾ ਜਰਨੈਲ ਸਿੰਘ ਆਪ ਕਰ ਰਹੇ ਸੀ ਤੇ ਕਮਾਂਡ ਜਨਰਲ ਸੁਬੇਗ ਸਿੰਘ ਕਰ ਰਹੇ ਸਨ। ਜਨਰਲ ਸੁਬੇਗ ਸਿੰਘ ਦਾ ਖਾਨਦਾਨੀ ਪਿਛੋਕੜ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾ ਕੋਟ ਦੀ ਅੰਸ-ਬੰਸ ਹੈ, ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਅਜ਼ਮਤ ਦੀ ਰਾਖੀ ਲਈ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਪੇਸ਼ੇ ਦੇ ਤੌਰ ਤੇ ਉਹ ਭਾਰਤੀ ਫੌਜ ਦੇ ਜਨਰਲ ਸਨ ਅਤੇ ਉਹਨਾਂ ਦੀ ਜੰਗੀ ਮੁਹਾਰਤ ਚੋਟੀ ਦੀ ਸੀ। ਸੰਤ ਜਰਨੈਲ ਸਿੰਘ ਦੇ ਹੁਕਮ ਅਨੁਸਾਰ ਜੇ ਫੌਜ ਹਮਲਾ ਕਰੇਗੀ ਤਾਂ ਐਸੀ ਧੂੜ ਚਟਾਈ ਜਾਵੇਗੀ ਕਿ ਰਹਿੰਦੀ ਦੁਨੀਆ ਤੱਕ ਇਹ ਲੜਾਈ ਯਾਦ ਕੀਤੀ ਜਾਵੇਗੀ। ਇਹ ਮਹਿਜ਼ ਇੱਕ ਬਿਆਨ ਨਹੀਂ ਸੀ। ਇਸ ਆਸ਼ੇ ਦੀ ਪੂਰਤੀ ਲਈ ਜਨਰਲ ਸੁਬੇਗ ਸਿੰਘ ਨੇ ਆਲਾ ਦਰਜੇ ਦੀ ਜੰਗੀ ਤਿਆਰੀ ਕੀਤੀ ਸੀ। ਉਹਨਾਂ ਕੋਲ ਭਾਵੇਂ ਬਿਨਾਂ ਕਿਸੇ ਫੌਜੀ ਟ੍ਰੇਨਿੰਗ ਤੋਂ ਮੁੱਠੀ ਭਰ ਯੋਧੇ ਸਨ, ਪਰ ਉਹਨਾਂ ਨੇ ਕਮਾਲ ਦੀ ਮੋਰਚਾਬੰਦੀ ਕੀਤੀ ਹੋਈ ਸੀ। ਜਨਰਲ ਸਾਹਿਬ ਦੀ ਮੋਰਚਾਬੰਦੀ ਅਤੇ ਕੌਮੀ ਜੰਗਯੋਧਿਆਂ ਦੀ ਯੁੱਧ ਕਲਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਦੁਨੀਆ ਦੀ ਤੀਜੀ ਵੱਡੀ ਜੰਗੀ ਤਾਕਤਵਰ ਭਾਰਤੀ ਫੌਜ ਨੂੰ ਹਾਰ ਹੁੰਦੀ ਵੇਖ ਕੇ ਅੰਜਤਾ ਟੈਂਕ ਦੇ 105 mm ਦੇ ਬੰਬ ਸਿੱਟ ਕੇ ਜੰਗ ਦਾ ਫੈਸਲਾ ਨਿਬੇੜਨਾ ਪਿਆ। ਦਰਬਾਰ ਸਾਹਿਬ ਸਮੂਹ ਦੇ ਬਾਹਰ ਉੱਚੀਆਂ ਇਮਾਰਤਾਂ ਤੇ 17 ਮੋਰਚੇ ਸਨ। ਲੰਗਰ ਬੁੰਗਾ ਰਾਮਗੁੜੀਆਂ ਦੀ ਬੇਸਮੈਂਟ ਤੇ ਦੋਵੇਂ ਬੁੰਗੇ ਅਖਾੜਾ ਬ੍ਰਹਮਬੁੱਢਾ ਗੁਰੂ ਨਾਨਕ ਨਿਵਾਸ ਗੁਰਦੁਆਰਾ ਬਾਬਾ ਅਟਲ ਰਾਏ ਸਰਾਂ ਵਾਲੇ ਪਾਸੇ ਪਾਣੀ ਦੀ ਟੈਂਕੀ ਆਦਿਕ ਬਾਹਰਵਾਰ ਦੇ ਮੋਰਚੇ ਸਨ। ਦਰਬਾਰ ਸਾਹਿਬ ਅੰਦਰ ਆ ਰਹੇ ਸਾਰੇ ਰਸਤਿਆਂ ਦੇ ਮੋਰਚੇ ਸਨ। ਅਕਾਲ ਤਖਤ ਸਾਹਿਬ ਦੇ ਦੁਆਲੇ ਅੰਗਰੇਜ਼ੀ ਅੱਖਰ D ਦੇ ਆਕਾਰ ਵਿੱਚ ਮੁੱਖ ਮੋਰਚਾ ਸੀ, ਜਿਸ ਦੀ ਡਿਫੈਂਸ ਲਾਈਨ ਟੈਂਕਾਂ ਦੇ ਅੰਦਰ ਆਉਣ ਤੱਕ ਫੌਜਾਂ ਤੋਂ ਟੁੱਟ ਨਹੀਂ ਸਕੀ। ਜੰਗਜੂ ਜਥਿਆਂ ਵਿੱਚ ਦਮਦਮੀ ਟਕਸਾਲ ਤੋਂ ਇਲਾਵਾ ਸਿੱਖ ਸਟੂਡੈਂਟ ਫੈਡਰੇਸ਼ਨ, ਬੱਬਰ ਖਾਲਸਾ, ਅਕਾਲ ਫੈਡਰੇਸ਼ਨ, ਕਾਰ ਸੇਵਾ ਵਾਲੇ ਕੌਮੀ ਯੋਧੇ ਦਰਬਾਰ ਸਾਹਿਬ ਦੀ ਅਜ਼ਮਤ ਲਈ ਜੂਝ ਰਹੇ ਸਨ। 3 ਜੂਨ ਦੀ ਆਖਰੀ ਪ੍ਰੈਸ ਵਾਰਤਾ ਵਿੱਚ ਪੱਤਰਕਾਰ ਨੇ ਸੰਤ ਜੀ ਨੂੰ ਪੁੱਛਿਆ ਕਿ ਭਾਰਤੀ ਫੌਜ ਦੇ ਮੁਕਾਬਲੇ ਤੁਹਾਡੀ ਗਿਣਤੀ ਨਾ ਮਾਤਰ ਹੈ, ਤਾਂ ਸੰਤ ਜੀ ਨੇ ਹੱਸ ਕੇ ਜਵਾਬ ਦਿੱਤਾ,
ਕਿ ਹਜ਼ਾਰਾਂ ਭੇਡਾਂ ਦੇ ਵੱਡੇ ਵੱਗ ਤੇ ਇਕੱਲਾ ਸ਼ੇਰ ਹੀ ਭਾਰੀ ਹੁੰਦਾ ਹੈ। ਇਸ ਬਿਆਨ ਨੇ ਵਾਕਿਆ ਹੀ ਇਤਿਹਾਸ ਸਿਰਜ ਦਿੱਤਾ। 4 ਜੂਨ ਦੀ ਸਵੇਰ ਨੂੰ ਭਾਰਤੀ ਫੌਜ, CRP ਅਤੇ BSF ਨੇ ਸਾਂਝੇ ਤੌਰ ਤੇ ਇਸ ਆਸਾਮੀ ਜੰਗ ਨੂੰ ਆਪਰੇਸ਼ਨ ਬਲੂ ਸਟਾਰ ਕੋਡ ਦੇ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹਮਲੇ ਲਈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਦਿਨ ਚੁਣਨਾ ਭਾਰਤੀ ਫੌਜ ਦੇ ਜ਼ੁਲਮ ਦਾ ਸਿਖਰ ਸੀ, ਪਰ ਇਸ ਦਿਨ ਦੀ ਮਹੱਤਤਾ ਸਿੱਖ ਜੰਗਜੂਆਂ ਲਈ ਵੱਡੀ ਪ੍ਰੇਰਨਾ ਦਾ ਮਰਕਜ਼ ਸੀ। ਫੌਜੀ ਜਰਨੈਲਾਂ ਨੇ ਸੂਹੀਆ ਵਿਭਾਗ ਤੋਂ 200 ਜੁਝਾਰੂਆਂ ਦੀ ਗਿਣਤੀ ਸੁਣ ਕੇ ਕਿਆਫਾ ਲਗਾਇਆ ਸੀ ਕਿ ਵੱਧ ਤੋਂ ਵੱਧ 2 ਘੰਟਿਆਂ ਦੇ ਮੁਕਾਬਲੇ ਵਿੱਚ ਜੰਗ ਜਿੱਤ ਲਈ ਜਾਵੇਗੀ, ਪਰ 6 ਜੂਨ ਦੀ ਸਵੇਰ ਤੱਕ ਲੜਦਿਆਂ ਸੈਂਕੜੇ ਫੌਜੀਆਂ ਦੀ ਜਾਨ ਮਾਲ ਦਾ ਬਹੁਤ ਭਾਰੀ ਨੁਕਸਾਨ ਕਰਵਾ ਕੇ ਵੀ ਭਾਰਤੀ ਫੌਜ ਪਰਿਕਰਮਾ ਦੇ ਨੇੜੇ ਤੱਕ ਨਹੀਂ ਪਹੁੰਚ ਸਕੀ। ਬਾਹਰਵਾਰ ਦੀਆਂ ਉੱਚੀਆਂ ਇਮਾਰਤਾਂ ਤੋਂ ਹੀ ਗੋਲੀਬਾਰੀ ਕੀਤੀ ਜਾ ਰਹੀ ਸੀ। ਜਨਰਲ ਕੁਲਦੀਪ ਬਰਾੜ ਜੰਗੀ ਪੈਤਰੇ ਬਦਲ ਕੇ ਅੱਕ ਗਿਆ ਸੀ। ਹਰ ਹੀਲਾ ਵਰਤ ਕੇ ਵੀ ਫੌਜ ਕਿਸੇ ਪਾਸਿਓਂ ਵੀ ਅੰਦਰ ਨਹੀਂ ਲੰਘ ਸਕੀ। ਖਾਲਸਾਈ ਜਜ਼ਬਿਆਂ ਨੇ ਇਤਿਹਾਸ ਸਿਰਜਦਿਆਂ ਹੋਇਆਂ ਭਾਰਤੀ ਫੌਜ ਨੂੰ ਮੂੰਹ ਤੋੜ ਜਵਾਬ ਦਿੱਤਾ, ਜਿਸ ਦਾ ਜਨਰਲ ਬਰਾੜ ਨੇ ਸੁਪਨੇ ਵਿੱਚ ਵੀ ਅੰਦਾਜ਼ਾ ਨਹੀਂ ਲਗਾਇਆ ਸੀ। ਅਖੀਰ ਨੂੰ ਹਾਰ ਕੇ ਕਮਾਂਡੋ ਯੂਨਿਟ ਨੂੰ ਪਰਿਕਰਮਾ ਵਿੱਚ ਉਤਾਰਨ ਦੀ ਵਿਉਂਤ ਬਣਾਈ ਗਈ, ਪਰ ਸੰਤ ਜੀ ਦੇ ਜੰਗਜੂਆਂ ਨੂੰ ਸਖਤ ਹੁਕਮ ਸੀ ਕਿ ਜਿਉਂਦਾ ਫੌਜੀ ਪਰਿਕਰਮਾ ਵਿੱਚ ਨਹੀਂ ਆਉਣਾ ਚਾਹੀਦਾ। ਜੰਗਜੂਆਂ ਨੇ ਇਸ ਹੁਕਮ ਤੇ ਫੁੱਲ ਚਾੜੇ ਤੇ ਸੁਪਰ ਕਮਾਂਡੋ ਦਸਤੇ ਦਾ ਇੱਕ ਵੀ ਜਵਾਨ ਜਿਉਂਦਾ ਪਰਿਕਰਮਾ ਵਿੱਚ ਪੈਰ ਨਹੀਂ ਰੱਖ ਸਕਿਆ। ਬਚੇ ਹੋਏ ਜਿਉਂਦਿਆਂ ਨੂੰ ਵਾਪਸ ਮੁੜਨਾ ਪਿਆ। ਨਿਆਣਿਆਂ ਨੂੰ ਸੁਣਾਇਓ ਕਿ ਹਾਰੇ ਨਹੀਂ, ਜਿੱਤੇ ਸੀ ਅਸੀਂ। ਮਹਾਭਾਰਤ ਦੌਰਾਨ ਜਦ ਅਰਜਨ ਨੇ ਕੌਰਵਾਂ ਖਿਲਾਫ ਜੰਗ ਲੜਨ ਤੋਂ ਇਨਕਾਰ ਕਰ ਦਿੱਤਾ ਤਾਂ ਕ੍ਰਿਸ਼ਨ ਭਗਵਾਨ ਨੇ ਸਮਝਾਉਂਦਿਆਂ ਕਿਹਾ ਕਿ ਜੇ ਅਸੀਂ ਜੰਗ ਜਿੱਤ ਗਏ ਤਾਂ ਇਤਿਹਾਸ ਅਸੀਂ ਲਿਖਾਂਗੇ, ਜੇ ਹਾਰ ਗਏ ਤਾਂ ਦੁਸ਼ਮਣ ਇਤਿਹਾਸ ਵਿੱਚ ਸਾਨੂੰ ਗੁਨਾਹਗਾਰ ਸਿੱਧ ਕਰੇਗਾ। ਜਿੱਤੇ ਤਾਂ ਇਤਿਹਾਸ ਵਿੱਚ ਦ੍ਰੋਪਦੀ ਦੇਵੀ ਕਹਿਲਾਏਗੀ, ਜੇ ਹਾਰ ਗਏ ਤਾਂ ਦੁਸ਼ਮਣ ਉਸ ਨੂੰ ਅਪਮਾਨਿਤ ਕਰਕੇ ਬਦਚਲਨ ਸਿੱਧ ਕਰੇਗਾ। ਜੂਨ 1984 ਦੇ ਜੰਗ ਹਿੰਦ ਪੰਜਾਬ ਵਿੱਚ ਭਾਵੇਂ ਦੋਵਾਂ ਪਾਸਿਆਂ ਦੇ ਮੁਖੀਆਂ ਦੀ ਜਾਨ ਗੁਆਚ ਗਈ, ਇਸ ਲਈ ਜੰਗ ਦੇ ਜਿੱਤ ਤੇ ਹਾਰ ਦਾ ਫੈਸਲਾ ਜੰਗੀ ਅਸੂਲਾਂ ਅਨੁਸਾਰ ਬਰਾਬਰ ਤੇ ਖਲੋ ਗਿਆ। ਪਰ ਦੁੱਖ ਇਸ ਗੱਲ ਦਾ ਹੈ ਕਿ 200 ਜੰਗਜੂਆਂ ਨੇ ਵਿਸ਼ਵ ਦੀ ਤੀਸਰੀ ਵੱਡੀ ਜੰਗੀ ਤਾਕਤ ਦੀਆਂ 5 ਤਰ੍ਹਾਂ ਦੀਆਂ ਜੰਗੀ ਮਿਸਲਾਂ ਨੂੰ ਜਿਸ ਢੰਗ ਨਾਲ ਧੂੜ ਚਟਾਈ, ਉਸ ਦੇ ਆਧਾਰ ਤੇ ਇਸ ਜੰਗ ਦਾ ਜੇਤੂ ਸੰਤ ਜਰਨੈਲ ਸਿੰਘ ਹੈ। ਪਰ ਸਿੱਖ ਕੌਮ ਖੁਦ ਹੀ ਦੁਸ਼ਮਣ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਆਪਣੇ ਜੰਗਜੂਆਂ ਨੂੰ ਬਣਦਾ ਸਨਮਾਨ ਨਹੀਂ ਦੇ ਸਕੀ। 1984 ਵਿੱਚ ਅੰਮ੍ਰਿਤਸਰ ਵਿੱਚ ਦੁਹਰਾਈ ਗਈ ਚਮਕੌਰ ਗੜੀ ਦੀ ਦਾਸਤਾਨ ਹਰ ਸਿੱਖ ਬੱਚੇ ਦੇ ਪੋਟਿਆਂ ਤੇ ਹੋਣੀ ਚਾਹੀਦੀ ਸੀ, ਪਰ ਸਿੱਖ ਕੌਮ ਸਹੀ ਹੁੰਦਿਆਂ ਨੂੰ ਦੁਸ਼ਮਣ ਦੀ ਚਾਲ ਵਿੱਚ ਫਸ ਗਈ 1984 ਦੇ ਮਾਣਮੱਤੇ ਇਤਿਹਾਸ ਤੋਂ ਟਾਲਾ ਵੱਟਦੀ ਹੈ ਜਾਂ ਇਸ ਵਿਸ਼ੇ ਨੂੰ ਖਤਰਨਾਕ ਮੰਨ ਕੇ ਡਰ ਜਾਂਦੀ ਹੈ। ਭਾਰਤੀ ਫੌਜ ਦੇ ਜਰਨੈਲਾਂ ਕੋਲ ਭਾਵੇਂ ਸੁਹਿਆ ਮਹਿਕਮੇ ਦੀ ਬਹੁਤ ਵੱਡੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਸਿੱਖ ਜੰਗਜੂਆਂ ਦੀ ਜਵਾਬੀ ਗੋਲੀਬਾਰੀ ਤੋਂ ਉਹਨਾਂ ਦੇ ਟਿਕਾਣਿਆਂ ਦੀ ਸੂਹ ਲੈਣੀ ਚਾਹੁੰਦੇ ਸੀ। ਇਸ ਲਈ 3 ਅਤੇ 4 ਜੂਨ ਨੂੰ ਫੌਜ ਵੱਲੋਂ ਭਾਰੀ ਗੋਲਾਬਾਰੀ ਕੀਤੀ ਗਈ। ਜਨਰਲ ਬਰਾੜ ਦਾ ਕਹਿਣਾ ਹੈ ਕਿ ਉਹ 3 ਤੋਂ 5 ਜੂਨ ਤੱਕ ਦਾ ਸਮਾਂ ਸਾਰੇ ਜਰਨੈਲਾਂ ਨੂੰ ਇਹ ਨੀਤੀ ਘੜਨ ਲਈ ਲੱਗਾ ਕਿ ਅੰਦਰ ਦਾਖਲ ਕਿਵੇਂ ਹੋਣਾ ਹੈ। ਦਰਬਾਰ ਸਾਹਿਬ ਸਮੂਹ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਦਰਬਾਰ ਸਾਹਿਬ, ਸਰਾਵਾਂ ਵਾਲਾ ਪਾਸਾ ਅਤੇ ਬਾਹਰੀ ਮੋਰਚੇ। ਤਿੰਨਾਂ ਥਾਵੇਂ ਇੱਕੋ ਸਮੇਂ ਅੰਦਰ ਲੰਘਣ ਦੀ ਯੋਜਨਾ ਬਣਾਈ ਗਈ। ਸਮਾਂ 5 ਜੂਨ ਰਾਤ 9 ਵਜੇ ਦਾ ਚੁਣਿਆ ਗਿਆ। ਉਧਰ ਬਾਬਾ ਜਰਨੈਲ ਸਿੰਘ ਦੀ ਹਦਾਇਤ ਸੀ ਕਿ ਨਿਗੁਣੀ ਮਾਤਰਾ ਵਿੱਚ ਜੰਗੀ ਸਮਾਨ ਦੀ ਸਹੀ ਵਰਤੋਂ ਕਰਦਿਆਂ ਕੋਈ ਗੋਲੀ ਨਹੀਂ ਚਲਾਉਣੀ ਜਦ ਤੱਕ ਫੌਜੀ ਪਰਿਕਰਮਾ ਵਿੱਚ ਪੈਰ ਨਾ ਪਾਉਣ। ਇਸ ਲਈ 5 ਜੂਨ ਸਾਰਾ ਦਿਨ ਮੋਰਚਿਆਂ ਦੀ ਮਜ਼ਬੂਤੀ ਅਤੇ ਨਾਮ ਬਾਣੀ ਦੇ ਸਿਮਰਨ ਨਾਲ
ਮਾਨਸਿਕ ਮਜ਼ਬੂਤੀ ਕਰਕੇ ਵੈਰੀ ਦਲ ਦੇ ਅੰਦਰ ਆਉਣ ਦਾ ਇੰਤਜ਼ਾਰ ਕੀਤਾ ਗਿਆ। ਮੋਰਚਿਆਂ ਵਿੱਚ ਬੈਠੇ ਹਰ ਸਿੰਘ ਦੇ ਅੰਦਰ ਜਜ਼ਬਾਤਾਂ ਦਾ ਜਵਾਲਾਮੁਖੀ ਉਬਾਲੇ ਮਾਰ ਰਿਹਾ ਸੀ। ਇੰਤਜ਼ਾਰ ਸੀ ਤਾਂ ਬਸ ਫੌਜ ਦੇ ਅੰਦਰ ਆਉਣ ਦਾ। ਅੱਜ ਦੀ ਰਾਤ ਦੋਹਾਂ ਧਿਰਾਂ ਲਈ ਬਹੁਤ ਲੰਬੀ ਹੋਣ ਵਾਲੀ ਸੀ। ਰਾਤ ਲਗਭਗ 9:30 ਵਜੇ ਯੋਜਨਾ ਮੁਤਾਬਿਕ ਜਨਰਲ ਬਰਾੜ ਨੇ ਦਰਜਨ ਭਰ ਪਲਟਨਾਂ ਨਾਲ ਸਾਰੇ ਪਾਸਿਆਂ ਤੋਂ ਦਾਖਲੇ ਦੀ ਕੋਸ਼ਿਸ਼ ਕੀਤੀ, ਪਰ ਫੌਜੀ ਜਰਨੈਲਾਂ ਦੀ ਕਈ ਦਿਨਾਂ ਦੀ ਮਿਹਨਤ ਉੱਤੇ ਜਨਰਲ ਸੁਬੇਗ ਸਿੰਘ ਦੀ ਯੁੱਧ ਨੀਤੀ ਅਤੇ ਸਿੱਖ ਜੰਗਜੂਆਂ ਨੇ ਕੁਝ ਘੰਟਿਆਂ ਵਿੱਚ ਹੀ ਪਾਣੀ ਫੇਰ ਦਿੱਤਾ। ਫੌਜੀ ਜਨਰਲ ਬਰਾੜ ਨੂੰ ਲਿਖਣਾ ਪਿਆ ਕਿ ਸਾਡੀ ਯੋਜਨਾ ਧਰੀ ਧਰਾਈ ਰਹਿ ਗਈ। ਕੁਲਦੀਪ ਬਰਾੜ ਨੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਜੰਗੂਸ ਇੰਨੀ ਬੁਰੀ ਤਰ੍ਹਾਂ ਮੂੰਹ ਤੋੜ ਜਵਾਬ ਦੇਣਗੇ। ਉਸ ਨੂੰ ਲਿਖਣਾ ਪਿਆ ਕਿ ਸਾਡੇ ਕੋਲ ਸਹੀ ਜਾਣਕਾਰੀ ਨਹੀਂ ਸੀ। ਯਾਦ ਰੱਖਣਾ, ਤਨਖਾਹਦਾਰ ਮੁਲਾਜ਼ਮ ਤੇ ਕੌਮੀ ਜੰਗਜੂ ਦੇ ਨਿਸ਼ਚੇ ਵਿੱਚ ਫਰਕ ਹੁੰਦਾ ਹੈ। ਬਰਾੜ ਨੂੰ ਲਿਖਣਾ ਪਿਆ ਕਿ ਪਹਿਲੇ ਹੱਲੇ ਹੀ ਸਾਡੀ 30% ਫੌਜ ਮਾਰੀ ਗਈ। ਅਸਲ ਵਿੱਚ ਇਹ ਗਿਣਤੀ ਹੋਰ ਵਧੇਰੇ ਹੈ, ਪਰ ਨਮੋਸ਼ੀ ਦੇ ਡਰ ਤੋਂ ਬਰਾੜ ਪਹਿਲੇ ਹੱਲੇ ਦੀ ਮਾਰ ਘੱਟ ਕਰਕੇ ਲਿਖ ਰਿਹਾ ਹੈ। ਮਾਕਟਲੀ ਅਤੇ ਬਰਾੜ ਦੇ ਲਿਖੇ ਅਨੁਸਾਰ ਬਹੁਤ ਵੱਡਾ ਜਾਨੀ ਨੁਕਸਾਨ ਕਰਵਾ ਕੇ ਫੌਜ ਨੂੰ ਪਿੱਛੇ ਹਟਣਾ ਪਿਆ। ਕੁਲਦੀਪ ਬਰਾੜ ਅਨੁਸਾਰ ਅਕਾਲ ਤਖਤ ਦਾ ਵਿਹੜਾ ਫੌਜ ਦਾ ਕਤਲਗਾਹ ਬਣ ਗਈ। ਲਾਸ਼ਾਂ ਦੇ ਢੇਰ ਲੱਗ ਗਏ। ਜਹਾਜ਼ ਰਾਹੀਂ ਮੰਗਵਾਏ ਜੋ ਕੈਮੀਕਲ ਦੇ ਗੋਲੇ ਸੁੱਟ ਕੇ ਅਕਾਲ ਤਖਤ ਅੰਦਰ ਜਾਣ ਦੀ ਯੋਜਨਾ ਸੀ, ਉਸ ਲਈ ਕਿਸੇ ਫੌਜੀ ਨੂੰ ਅਕਾਲ ਤਖਤ ਸਾਹਮਣੇ ਪੈਰ ਰੱਖਣ ਦੀ ਥਾਂ ਵੀ ਨਾ ਮਿਲ ਸਕੀ। ਗੋਤਾਖੋਰ ਪਲਟਨ ਦੀ ਯੋਜਨਾ ਵੀ ਵਾਪਸ ਲੈਣੀ ਪਈ। ਬਰਾੜ ਵੱਲੋਂ ਬਖਤਰ ਬੰਦ ਗੱਡੀ ਅੰਦਰ ਦਾਖਲ ਕੀਤੀ ਗਈ, ਜਿਸ ਆਸਰੇ ਪੈਰ ਰੱਖਣ ਦੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਉਹ ਲੋਹੇ ਦੀ ਮੜੀ ਗੱਡੀ ਵੀ ਰਾਖ ਦਾ ਢੇਰ ਹੋ ਗਈ। ਕਾਰ ਸੇਵਾ ਹਜੂਰ ਸਾਹਿਬ ਵਾਲੇ ਬਾਬਿਆਂ ਨੂੰ ਕੋਈ ਜੰਗੀ ਤਜਰਬਾ ਤਾਂ ਨਹੀਂ ਸੀ, ਪਰ ਉਹਨਾਂ ਨੂੰ ਗੁਰਦੁਆਰੇ ਬਣਾਉਣ ਸਮੇਂ ਇੱਟਾਂ ਸੁੱਟਣ ਦਾ ਤਜਰਬਾ ਸੀ। ਉਹਨਾਂ ਨੇ ਦੇਸੀ ਬੰਬਾਂ ਦਾ ਮੀਂਹ ਵਰਾ ਕੇ ਫੌਜ ਦੇ ਛੱਕੇ ਛੁਡਾਏ। ਫੌਜ ਅਨੁਸਾਰ ਸਭ ਤੋਂ ਵੱਧ ਨੁਕਸਾਨ ਉਸ ਪਾਸੇ ਹੋਇਆ। 5 ਜੂਨ ਦੀ ਰਾਤ ਜਦ ਭਾਰਤੀ ਫੌਜ ਬੁਰੀ ਤਰ੍ਹਾਂ ਹਾਰ ਗਈ, ਕੁਲਦੀਪ ਬਰਾੜ ਜੋ ਕੁਝ ਘੰਟਿਆਂ ਵਿੱਚ ਜੰਗ ਜਿੱਤਣ ਆਇਆ ਸੀ, ਉਸ ਨੂੰ ਖੁਦ ਆਪਣੀ ਕਲਮ ਨਾਲ ਲਿਖਣਾ ਪਿਆ ਕਿ ਸਾਰੀ ਫੌਜ ਦਾ ਕਤਲੇਆਮ ਦਾ ਡਰ ਸੀ। ਇਸ ਲਈ ਮੈਂ ਹਾਈ ਕਮਾਂਡ ਤੋਂ ਟੈਂਕ ਅੰਦਰ ਦਾਖਲ ਕਰਨ ਦੀ ਆਗਿਆ ਮੰਗੀ। ਇਹ ਲਿਖਦੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਤੁਸੀਂ ਵੀ ਆਪਣੀਆਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੱਸਿਓ ਕਿ ਅਸੀਂ ਜੰਗ ਤਾਂ ਜਿੱਤ ਗਏ ਸੀ, ਬਸ ਸਾਡੇ ਕੋਲ ਟੈਂਕ ਨਹੀਂ ਸਨ। ਭਾਰਤੀ ਫੌਜ ਨੇ ਹਾਰੀ ਹੋਈ ਲੜਾਈ ਖਤਮ ਕਰਨ ਲਈ ਟੈਂਕਾਂ ਨੂੰ ਅੰਦਰ ਦਾਖਲ ਕੀਤਾ। ਚਮਕੌਰ ਦੀ ਗੜੀ ਵਿੱਚ ਜਦ ਸਿੰਘਾਂ ਦੇ ਨਾਲ ਨਾਲ ਦਸ਼ਮੇਸ਼ ਪਿਤਾ ਨੇ ਆਪਣੇ ਪੁੱਤ ਵੀ ਜੰਗ ਨੂੰ ਤੋਰੇ ਸੀ, ਤਾਂ ਗੜੀ ਵਿੱਚੋਂ ਤੁਰਨ ਲੱਗਿਆ ਪੁੱਤਾਂ ਦੀ ਥਾਂ ਆਪਣੀ ਪੱਗ ਤੇ ਕਲਗੀ ਪੰਥ ਦੇ ਸਿਰ ਬੰਨ੍ਹ ਦਿੱਤੀ ਸੀ। ਉਸ ਦਿਨ ਸਾਰੀਆਂ ਜ਼ਿੰਮੇਵਾਰੀਆਂ ਪੰਥਕ ਪੁੱਤਾਂ ਦੇ ਮੋਢਿਆਂ ਤੇ ਪਾ ਆਪ ਸੁਰਖਰੂ ਹੋ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਹਾਣਾ ਲੈ ਕੇ ਨਿਸ਼ਚਿੰਤ ਨੀਂਦ ਸੌਂ ਗਿਆ ਸੀ। ਉਸ ਦਿਨ ਤੋਂ ਆਪਣੇ ਸਿਰ ਤੇ ਬੱਜੀ ਦਸ਼ਮੇਸ਼ ਪਿਤਾ ਦੀ ਬਖਸ਼ੀ ਜ਼ਿੰਮੇਵਾਰੀ ਦੀ ਪੱਗ ਮਹਿਸੂਸ ਕਰਦਾ ਹੋਇਆ ਹਰ ਸਿੰਘ ਦਸ਼ਮੇਸ਼ ਦੇ ਪੁੱਤਾਂ ਦਾ ਵੀਰ ਹੋਣ ਦਾ ਯਤਨ ਕਰਦਾ ਹੈ। ਇਸੇ ਯਤਨ ਵਿੱਚ ਹੀ ਤਾਂ ਅਕਾਲ ਤਖਤ ਦੇ ਕਿਲੇ ਨੂੰ ਚਮਕੌਰ ਦੀ ਗੜੀ ਦੇ ਰੂਪ ਦੇ ਕੇ ਸੰਤ ਜਰਨੈਲ ਸਿੰਘ ਤੇ ਉਸ ਦੇ ਕੌਮੀ ਜੰਗਜੂਆਂ ਨੇ ਭਾਰਤੀ ਫੌਜ ਦੇ ਆਹੂ ਲਾ ਦਿੱਤੇ। ਦਰਬਾਰ ਸਾਹਿਬ ਦੀ ਪਰਿਕਰਮਾ ਫੌਜੀਆਂ ਦੀ ਕਤਲਗਾਹ ਬਣ ਗਈ। ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਵੇਖ ਕੇ ਲੜ ਰਹੀ ਫੌਜ ਦਾ ਮਨੋਬਲ ਮੁਕਾ ਰਿਹਾ ਸੀ। ਭਾਰਤੀ ਫੌਜ ਦਾ ਜਨਰਲ ਕੁਲਦੀਪ ਬਰਾੜ ਦੇ ਹੱਥੀਂ ਲਿਖੇ ਅਨੁਸਾਰ ਸਾਰੇ ਜੰਗੀ ਪੈਂਤੜੇ ਫੇਲ ਹੋਣ ਕਾਰਨ ਵਾਰ-ਵਾਰ ਬਦਲਣੇ ਪਏ, ਪਰ ਸਭ ਵਿਅਰਥ ਸੀ।
ਆਖਰ ਬੇਬਸ ਹੋ ਕੇ 6 ਜੂਨ ਸਵੇਰ 4:30 ਵਜੇ ਇੱਕ ਬਖਤਰਬੰਦ ਗੱਡੀ ਵਿੱਚ 15 ਕਮਾਊਂਡ ਰੈਜੀਮੈਂਟ ਦੇ ਫੌਜੀ ਲੱਦ ਕੇ ਬਾਕੀ ਸਾਰੀ ਕੰਪਨੀ ਨੂੰ ਮਗਰ ਤੋੜ ਦਿੱਤਾ ਤਾਂ ਕਿ ਗੱਡੀ ਦੀ ਓਟ ਵਿੱਚ ਫੌਜੀ ਅਕਾਲ ਤਖਤ ਦੇ ਸਾਹਮਣੇ ਪੈਰ ਰੱਖ ਸਕਣ। ਅਕਾਲ ਤਖਤ ਦੀ ਓਟ ਵਾਲਿਆਂ ਨੇ ਟੈਂਕਨੁਮਾ ਗੱਡੀ ਦੀ ਓਟ ਵਾਲਿਆਂ ਨੂੰ ਗੱਡੀ ਸਮੇਤ ਗੱਡੀ ਚਾੜ ਦਿੱਤਾ। ਬਰਾੜ ਦੀ ਰੂਹ ਵੀ ਕੰਬ ਗਈ। ਉਹ ਲਿਖਦਾ ਹੈ ਕਿ ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਭਾਰਤੀ ਫੌਜ ਦੇ ਜਰਨੈਲਾਂ ਨੂੰ ਹਾਰ ਦਾ ਸਾਹਮਣਾ ਹੋ ਚੁੱਕਾ ਸੀ। ਅਗਲੀ ਸਵੇਰ ਹੁਣ ਕੁਝ ਪਲਾਂ ਦੀ ਬਾਤ ਸੀ। ਦਿੱਲੀ ਦੇ ਮਾਲਕਾਂ ਨੂੰ 2 ਘੰਟਿਆਂ ਵਿੱਚ ਜੰਗ ਜਿੱਤਣ ਦੀ ਜੋ ਸ਼ੇਖੀ ਮਾਰ ਕੇ ਤੁਰੇ ਸੀ, ਉਹ ਤਾਂ ਸਿੰਘਾਂ ਦੀ ਜੰਗੀ ਤਾਕਤ ਨੇ ਖਤਮ ਕਰ ਦਿੱਤੀ ਸੀ। ਹੁਣ ਜਾਨ ਵੀ ਬਚਾਉਣੀ ਸੀ ਤੇ ਇੱਜ਼ਤ ਵੀ। ਸੋ ਆਖਰੀ ਹਥਿਆਰ ਸੀ ਟੈਂਕ। 5 ਵਜੇ ਟੈਂਕਾਂ ਆਸਰੇ ਅੰਦਰ ਲੰਘਣ ਦੀ ਦਿੱਲੀੋਂ ਆਗਿਆ ਮੰਗੀ, ਜੋ ਅੰਤਾਂ ਦੇ ਹੋਏ ਜਾਨੀ ਨੁਕਸਾਨ ਨੂੰ ਵੇਖਦਿਆਂ ਇੱਕ ਪਲ ਵਿੱਚ ਹੀ ਮਿਲ ਗਈ। ਸਵੇਰੇ ਠੀਕ 5:21 ਤੇ ਟੈਂਕਾਂ ਨੂੰ ਹੁਕਮ ਹੋਇਆ ਕਿ ਹਾਰ ਨੂੰ ਜਿੱਤ ਵਿੱਚ ਬਦਲ ਕੇ ਹਿਸਾਬ ਬਰਾਬਰ ਕਰ ਦਿਓ। ਟੈਂਕਾਂ ਵਿੱਚੋਂ ਨਿਕਲਦੇ ਗੋਲਿਆਂ ਦਾ ਮੀਂਹ ਅਕਾਲ ਤਖਤ ਸਾਹਿਬ ਦੀਆਂ ਨੀਹਾਂ ਹਿਲਾਉਣ ਦੀ ਜੁਰਤ ਕਰ ਰਿਹਾ ਸੀ। ਟੈਂਕ ਕੀ ਜਾਣਨ ਕਿ ਇਸ ਤਖਤ ਦੇ ਨੀਂਹ ਦੀਆਂ ਇੱਟਾਂ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਨਾਲ ਲੱਗੀਆਂ ਨੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਮੇਰੀ ਪੀੜੀ ਦਾ ਸੁਮੇਲ ਕਰਦਾ ਇਹ ਥੜਾ ਹੱਥੀਂ ਬਣਾਇਆ ਸੀ। ਇਹ ਇੱਕ ਇਮਾਰਤ ਨਹੀਂ ਹੈ, ਇਹ ਤਾਂ ਸਿਧਾਂਤ ਹੈ ਤੇ ਗੁਰੂ ਦੇ ਸਿਧਾਂਤ ਦੀ ਰਾਖੀ ਲਈ ਇਹ ਸਿੰਘ ਟੈਂਕਾਂ ਸਾਹਮਣੇ ਹਿੱਕਾਂ ਢਾਹ ਕੇ ਖਲੋਤੇ ਨੇ। ਸੰਸਾਰ ਦਾ ਜੰਗੀ ਇਤਿਹਾਸ ਗਵਾਹ ਹੈ ਕਿ ਬੰਦੇ ਤੇ ਟੈਂਕ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਟੈਂਕਾਂ ਦੇ ਗੋਲੇ ਜ਼ਮੀਨ ਅਸਮਾਨ ਇੱਕ ਕਰ ਰਹੇ ਸਨ। ਅਕਾਲ ਤਖਤ ਸਾਹਿਬ ਦੀ ਇਮਾਰਤ ਕੁਝ ਪਲਾਂ ਵਿੱਚ ਹੀ ਖੰਡਰ ਹੋ ਗਈ ਸੀ। ਫੌਜ ਦੇ ਹਮਲੇ ਨੇ ਮੋੜਾ ਖਾਧਾ ਤੇ ਮੇਜਰ A.K. ਮਿਸ਼ਰਾ ਆਪਣੀ ਫੌਜੀ ਟੁਕੜੀ ਨਾਲ ਅਕਾਲ ਤਖਤ ਵੱਲ ਵਧਿਆ। ਪਰ ਅਕਾਲ ਤਖਤ ਸਾਹਿਬ ਦੀ ਅਜ਼ਮਤ ਲਈ ਜੂਝਦੇ ਸਿੰਘਾਂ ਨੇ ਟੈਂਕ ਤੇ ਵਰਤੇ ਗੋਲਿਆਂ ਵਿੱਚ ਵੀ ਇਸ ਟੁਕੜੀ ਨੂੰ ਥਾਹੀਂ ਢੇਰ ਕਰ ਦਿੱਤਾ। ਬਰਾੜ ਦਾ ਮੰਨਣਾ ਹੈ ਕਿ ਟੈਂਕ ਅੰਦਰ ਲਗਾਉਣ ਦੇ 3 ਫਾਇਦੇ ਸਨ। ਇੱਕ, ਵਧੇਰੇ ਮਾਰ ਕਰਨੀ। ਦੂਜਾ, ਟੈਂਕ ਦੇ ਬਲਬਾਂ ਦੀ ਰੋਸ਼ਨੀ ਵਿੱਚ ਸਿੰਘਾਂ ਨੂੰ ਅੰਨ੍ਹਿਆ ਕਰਨਾ। ਤੀਜਾ, ਸਿੰਘਾਂ ਦੇ ਮਨਾਂ ਵਿੱਚ ਬੰਬਾਂ ਦੇ ਧਮਾਕਿਆਂ ਦਾ ਡਰ ਪੈਦਾ ਕਰਨਾ। ਬਰਾੜ ਨਹੀਂ ਜਾਣਦਾ ਸੀ ਕਿ ਇਹ ਉਹ ਨੇ ਜੋ ਜਲਾਦ ਨੂੰ ਆਪਣਾ ਬੰਦ ਕੱਟਣਾ ਆਪ ਸਿਖਾਉਂਦੇ ਨੇ। ਇਹਨਾਂ ਟੈਂਕਾਂ ਦੀ ਬੰਬਾਰੀ ਤੋਂ ਕੀ ਡਰਨਾ। ਬਰਾੜ ਲਿਖਦਾ ਹੈ ਕਿ ਅਕਾਲ ਤਖਤ ਅਤੇ ਨਾਲ ਦੇ ਮੋਰਚਿਆਂ ਵਿੱਚੋਂ ਸਵੈ ਚਾਲਕ ਹਥਿਆਰਾਂ ਨੇ ਟੈਂਕਾਂ ਦੀ ਮਾਰ ਦੀ ਪਰਵਾਹ ਨਾ ਕਰਦਿਆਂ ਜੰਗ ਜਾਰੀ ਰੱਖੀ ਅਤੇ ਟੈਂਕਾਂ ਦੀ ਸੁਰੱਖਿਆ ਛਤਰੀ ਹੇਠ ਅੰਦਰ ਗਈ ਫੌਜ ਨੂੰ ਭਾਰੀ ਨੁਕਸਾਨ ਕਰਵਾਉਣਾ ਪਿਆ। 35% ਫੌਜੀ ਇੱਥੇ ਫੇਰ ਮਾਰੇ ਗਏ। 6:20 ਤੇ ਭਾਰੀ ਨੁਕਸਾਨ ਨੂੰ ਵੇਖਦਿਆਂ ਫੌਜ ਪਿਛਾਂਹ ਮੁੜੀ। ਬਰਾੜ ਲਿਖਦਾ ਹੈ ਕਿ ਨੀਤੀ ਵਿੱਚ ਫੇਰ ਬਦਲਾਅ ਕੀਤਾ ਗਿਆ। ਤਖਤ ਸਾਹਿਬ ਦੇ ਪਾਸਿਆਂ ਤੋਂ ਮਸ਼ੀਨ ਗੰਨਾਂ ਦਾ ਵਰਦਾ ਮੀਂਹ ਰੋਕਣ ਲਈ 2 ਸਪੈਸ਼ਲ ਫੌਜੀ ਟੁਕੜੀਆਂ ਬਣਾਈਆਂ ਗਈਆਂ। 94 ਫੌਜੀ ਸ਼ਾਮਲ ਕੀਤੇ ਗਏ, ਪਰ ਸਿੰਘਾਂ ਵੱਲੋਂ ਜ਼ੋਰਦਾਰ ਗੋਲੀਆਂ ਤੇ ਛੜਾਕੇ ਨਾਲ ਸਿਰਫ 3 ਬੁਰੀ ਤਰ੍ਹਾਂ ਜ਼ਖਮੀ ਫੌਜੀ ਹੀ ਜਾਨ ਬਚਾਉਣ ਵਿੱਚ ਕਾਮਯਾਬ ਹੋਏ। ਸਵੇਰ ਦੇ 7:30 ਵੱਜ ਗਏ ਸਨ। ਧੁੱਪ ਨਿਕਲ ਆਈ ਸੀ, ਪਰ ਅਕਾਲ ਤਖਤ ਦੇ ਰਾਖੇ ਅਜੇ ਵੀ ਚੜ੍ਹਦੀ ਕਲਾ ਨਾਲ ਡਟੇ ਹੋਏ ਸਨ। ਜਨਰਲ ਜਗਜੀਤ ਸਿੰਘ ਜੀ ਅਰੋੜਾ ਨੇ ਮਗਰੋਂ ਅਕਾਲ ਤਖਤ ਦੇ ਹਾਲਤ ਵੇਖ ਕੇ ਦੱਸਿਆ ਕਿ ਟੈਂਕਾਂ ਨੇ ਲਗਭਗ 80 ਗੋਲੇ ਅਕਾਲ ਤਖਤ ਦੀ ਇਮਾਰਤ ਤੇ ਸੁੱਟੇ ਸਨ। ਵੈਰੀਆਂ ਨੇ ਹਾਰ ਦਾ ਬਦਲਾ ਲੈਣ ਲਈ ਸਾਰੀ ਇਮਾਰਤ ਮਲਬਾ ਬਣਾ ਦਿੱਤੀ ਗਈ। ਉਧਰ ਕੌਮ ਦਾ ਜਰਨੈਲ ਵੀ ਹਾਲਾਤਾਂ ਨੂੰ ਬਰੀਕੀ ਨਾਲ ਜਾਣਦਿਆਂ ਹੋਇਆਂ ਫੈਸਲਾ ਕਰ ਚੁੱਕਾ ਸੀ। ਉਸ ਨੂੰ ਯਾਦ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਰਾਖੀ ਲਈ ਸਾਡਾ 5ਵਾਂ ਗੁਰੂ ਆਪ ਚੱਲ ਕੇ ਤੱਤੀ ਤਵੀ ਤੇ ਗਿਆ ਸੀ। ਉਸ ਨੂੰ ਯਾਦ ਆਇਆ ਕਿ ਸਾਡਾ 9ਵਾਂ ਗੁਰੂ ਧਰਮ ਦੀ ਆਜ਼ਾਦੀ ਲਈ ਆਨੰਦਪੁਰ ਤੋਂ ਆਪ ਚੱਲ ਕੇ ਦਿੱਲੀ ਚਾਂਦਨੀ ਚੌਕ ਸੀਸ ਦੇਣ ਗਿਆ ਸੀ। ਉਸ ਨੂੰ ਯਾਦ ਆਇਆ ਕਿ ਧਰਮ ਯੁੱਧ ਲਈ
ਕਲਗੀਧਰ ਦੇ ਪੁੱਤ ਸ਼ਹੀਦ ਹੋਣ ਆਪ ਚੱਲ ਕੇ ਗਏ ਸੀ। ਉਸ ਨੂੰ ਯਾਦ ਆਇਆ ਕਿ ਪੰਥ ਦੀ ਜਿਸ ਮਿਸਲ ਦਾ ਉਹ ਜਥੇਦਾਰ ਹੈ, ਉਸ ਦਾ ਮੋਢੀ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਦੀ ਅਜ਼ਮਤ ਲਈ ਤਲਵੰਡੀ ਸਾਬੋ ਤੋਂ ਆਪ ਚੱਲ ਕੇ ਅੰਮ੍ਰਿਤਸਰ ਸ਼ਹੀਦ ਹੋਣ ਆਇਆ ਸੀ। ਸੰਤ ਜਰਨੈਲ ਸਿੰਘ ਨੂੰ ਲੱਗਾ ਕਿ ਮੇਰਾ ਤਾਂ ਪਿੰਡ ਹੀ ਨਹੀਂ ਹੈ, ਹੁਣ ਤਾਂ ਬਸ 5-7 ਕਦਮਾਂ ਤੇ ਸ਼ਹਾਦਤ ਨੂੰ ਗਲਵਕੜੀ ਪਾ ਲੈਣੀ ਹੈ। ਕੌਮੀ ਜਰਨੈਲ ਕੌਮ ਨੂੰ ਦਿੱਤਾ ਹੋਇਆ ਵਚਨ ਪਗਾਉਣਾ ਚਾਹੁੰਦਾ ਸੀ। ਉਸਨੇ ਇੱਕ ਵਾਰ ਫਿਰ ਉੱਚੀ ਆਵਾਜ਼ ਵਿੱਚ ਗਾਇਆ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਉਹ ਉੱਠ ਕੇ ਖਲੋ ਗਿਆ। 47 ਸਿੰਘ ਉਸ ਦੇ ਹੁਕਮ ਦੀ ਉਡੀਕ ਕਰ ਰਹੇ ਸਨ। ਉਹ ਬੇਫਰੇ ਸ਼ੇਰ ਜਿਹੀ ਆਵਾਜ਼ ਵਿੱਚ ਆਖਿਆ, ਮੇਰੇ ਮਗਰ ਉਹੀ ਆਇਓ ਜਿਨ੍ਹਾਂ ਸ਼ਹੀਦ ਹੋਣਾ। ਅਰਦਾਸ ਕਰ ਉਹ ਬਾਹਰ ਤੁਰ ਪਿਆ। 35 ਸਿੰਘ ਉਸ ਦੇ ਮਗਰ ਤੁਰ ਪਏ।